सत श्री अकाल स्टूडेंट्स, फतेह एग्रीकॉम ਦੇ ਤੁਹਾਡਾ ਸਵਾਗਤ ਹੈ। ਸੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਬੈਂਕਿੰਗ ਸਟਾਰਟ ਕਰਾਂਗੇ ਮੈਨੇਜਰ ਤੇ ਜਿਹੜੀ ਕਲੈਰੀਕਲ ਪੋਸਟ ਆ ਉਹਦੇ ਵਾਸਤੇ, ਠੀਕ ਹੈ। ਸੋ ਇਹ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜੇ ਸਪੈਸ਼ਲਿਸਟ ਮੈਨੇਜਰ ਜਾਂ ਆਈਟੀ ਸਪੈਸ਼ਲਿਸਟ ਹੈਗੇ ਆ ਉਹਨਾਂ ਵਾਸਤੇ ਵੀਡੀਓਜ਼ ਨਹੀਂ ਹੈ, ਸਿਰਫ ਜਿਨ੍ਹਾਂ ਨੇ ਮੈਨੇਜਰ ਦੀ ਪੋਸਟ ਲਈ ਅਪਲਾਈ ਕੀਤਾ ਜਾਂ ਕਲੈਰੀਕਲ ਪੋਸਟ ਲਈ ਅਪਲਾਈ ਕੀਤਾ ਇਹ ਵਾਲਾ ਪਾਰਟ ਜਿਹੜਾ ਉਹਨਾਂ ਵਾਸਤੇ ਹੈ, राइट। सो ये ਆਪਾਂ बैंकिंग करांगे और मैं इंट्रोडक्शन थोड़ी जी तुहानूं दे देनी है क्योंकि काफ़ी स्टूडेंट्स ने मैंने पूछा सीगा भी बैंकिंग च करना की है। सो इन केस वो खुद भी करना चाहते हैं तो कर सकन। सो ये मैं तुहानूं दस देवां कि पहला तो जिवें इन्होंने कोऑपरेटिव सोसाइटीज़ एक्ट के बारे दस्सिया बट इन्होंने कुछ भी उहदे विच रैफर नहीं किया कि पंजाब दा कि किहड़ा। वैसे मैं तुहानूं दस देवां कि कोऑपरेटिव जिहड़ा है ये स्टेट सबजैक्ट है, ठीक है। स्टेट लैजिस्लेचर इतने कानून बना सकती है। कल रीसेंटली सुप्रीम कोर्ट की जजमेंट आई है, कल ही हजे, ठीक है। उन्होंने जिहड़ा 97 कॉन्स्टिट्यूशनल अमेंडमेंट है ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਰੀਆਂ ਸਟੇਟਸ ਜਿਹੜੀਆਂ ਉਹਨਾਂ ਦੀ ਰਾਏ ਨਹੀਂ ਸੀ ਲਈ। ਸੋ ਇਸ ਕਰਕੇ ਉਹਦੇ ਕੁਝ ਪਾਰਟਸ ਨੂੰ ਜਿਹੜਾ ਇਹਨਾਂ ਨੇ ਸਟ੍ਰਾਈਕ ਡਾਊਨ ਕਰਤਾ ਸੁਪਰੀਮ ਕੋਰਟ ਨੇ, ਠੀਕ ਹੈ। ਉਹ ਵੀ ਆਪਾਂ ਡਿਸਕਸ ਕਰਾਂਗੇ ਕਿਉਂਕਿ ਉਹ ਕਰੰਟ ਦਾ ਪਾਰਟ ਹੈ, ਰਾਈਟ। ਦੈਨ ਉਸ ਤੋਂ ਬਾਅਦ ਇਹ ਸਾਰੀਆਂ ਕੋਆਪਰੇਟਿਵ ਸੁਸਾਇਟੀ ਨਾਲ ਜੋ ਵੀ ਕਰੰਟ ਦੇ ਵਿੱਚ ਹੈ ਜਾਂ ਜੋ ਵੀ ਤੁਹਾਨੂੰ ਮਤਲਬ ਇਹਦੇ ਵਿੱਚ ਮੈਂ ਕਰਵਾ ਦਾਂਗੀ ਵੈਸੇ, ਠੀਕ ਹੈ, ਉਹ ਤੁਸੀਂ ਪੜ੍ਹਨਾ। ਪਲੱਸ ਇਹਦੇ ਵਿੱਚ ਅਸੀਂ ਜਿਹੜਾ ਪੰਜਾਬ ਦਾ ਐਕਟ ਹੈ, ਬਹੁਤ ਲੈਂਥੀ ਐਕਟ ਹੈ ਵੈਸੇ ਤਾਂ, ਮੇਰੇ ਖਿਆਲ 86 ਉਹਦੇ ਹੈਗੇ ਨੇ ਆ ਜਿਹੜੇ ਸੈਕਸ਼ਨਸ ਹੁੰਦੇ ਨੇ, ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਨੇ ਬਟ ਉਹਨੂੰ ਆਪਾਂ ਸਾਰਾ ਨਹੀਂ ਪੜ੍ਹਨਾ ਬਿਕੋਜ਼ ਇਹਦੇ 'ਚ ਤੇ ਵਨ ਲਾਈਨਰਸ ਕੁਐਸਚਨ ਆਣੇ ਆ ਤੁਹਾਡੇ, ਰਾਈਟ। ਸੋ ਇਹਨੂੰ ਆਪਾਂ ਥੋੜ੍ਹਾ ਜਿਹਾ ਸ਼ਾਰਟ ਫਾਰਮ ਦੇ ਵਿੱਚ ਪੜ੍ਹ ਲਾਂਗੇ ਔਰ ਇਹ ਵਾਲੇ ਚੈਪਟਰ ਤੋਂ ਬਾਅਦ ਕੋਆਪਰੇਟਿਵਸ ਵਾਲਾ ਜਿਹੜਾ ਟੌਪਿਕ ਹੈ ਇਸ ਤੋਂ ਬਾਅਦ ਅਸੀਂ ਕੋਆਪਰੇਟਿਵ ਸੁਸਾਇਟੀਜ਼ ਐਕਟ ਹੀ ਕਰਾਂਗੇ ਪੰਜਾਬ ਦਾ, ਠੀਕ ਹੈ। ਉਹਦੇ ਨਾਲ ਜਿਹੜੇ ਸੈਂਟਰਲ ਲੈਵਲ ਦੇ 2 ਐਕਟ ਹੈਗੇ ਨੇ ਉਹ ਦੇਖ ਲਾਂਗੇ, ਉਹਨਾਂ ਦੀਆਂ ਥੋੜ੍ਹੀਆਂ ਬਹੁਤੀਆਂ ਕਿਵੇਂ ਕੀ ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ, ਰਾਈਟ। ਜਿਵੇਂ ਇਹਦੇ ਵਿੱਚ ਉਹਨਾਂ ਨੇ ਕੱਲ ਸਟ੍ਰਾਈਕ ਡਾਊਨ ਕੀਤਾ ਵੀ ਕੌਨਸਟੀਟਿਊਸ਼ਨ ਦੀ ਜਿਹੜੀ ਪਾਵਰ ਹੈ ਕਿ ਕੋਆਪਰੇਟਿਵਸ ਦਾ ਕੌਨਸਟੀਟਿਊਸ਼ਨ ਉਹ ਸੈਂਟਰ ਸਰਕਾਰ ਦੇ ਕੋਲ ਨਹੀਂ ਹੋ ਸਕਦੀ ਹੈ। ਔਰ ਰੀਸੈਂਟਲੀ ਮਿਨਿਸਟਰੀ ਆਫ ਕੋਆਪਰੇਸ਼ਨ ਵੀ ਜਿਹੜੀ ਹੈ ਉਹ ਸੈਟਅਪ ਕੀਤੀ ਗਈ ਹੈ ਔਰ ਉਹਦਾ ਪੋਰਟਫੋਲੀਓ ਜਿਹੜਾ ਹੈ ਉਹ ਐਲੋਕੇਟ ਕੀਤਾ ਗਿਆ ਅਮਿਤ ਸ਼ਾਹ ਜੀ ਨੂੰ, ਹੈ ਨਾ। ਸੋ ਇਹ ਕੁਐਸਚਨ ਜਿਹੜੇ ਕਰੰਟ ਦੇ ਨੇ। ਦੈਨ ਉਸ ਤੋਂ ਬਾਅਦ ਇਹਦੇ ਵਿੱਚ ਜਿਵੇਂ ਬੈਂਕਿੰਗ ਦੇ ਵਿੱਚ ਮੈਨੂੰ ਬੱਚਿਆਂ ਨੇ ਪੁੱਛਿਆ ਵੀ ਅਸੀਂ ਕੀ ਕਰੀਏ ਕਿਉਂਕਿ ਕਈ ਸਟੂਡੈਂਟਸ ਨੂੰ ਹੁੰਦਾ ਨਾ ਵੀ ਅਸੀਂ ਫਟਾਫਟ ਸਿਲੇਬਸ ਖਤਮ ਕਰ ਦਈਏ। ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਬੈਂਕਿੰਗ ਦੇ ਵਿੱਚ ਤੁਸੀਂ ਕਰਨਾ ਕੀ ਹੈ। ਇੱਕ ਤੇ ਇਹਦੇ ਵਿੱਚ ਜੋ ਵੀ ਬੈਂਕਿੰਗ ਦੀ ਹਿਸਟਰੀ ਹੈ ਉਹ, ਠੀਕ ਹੈ, ਬੈਂਕਿੰਗ ਦੀ ਹਿਸਟਰੀ। ਦੈਨ ਉਸ ਤੋਂ ਬਾਅਦ ਜੋ ਵੀ ਰਿਫਾਰਮਸ ਆਏ ਆ ਬੈਂਕਿੰਗ ਨਾਲ ਰਿਲੇਟਡ ਜਿਵੇਂ ਕਮੇਟੀਜ਼ ਵਗੈਰਾ ਇੰਪੋਰਟੈਂਟ, ਠੀਕ ਹੈ। ਦੈਨ ਉਸ ਤੋਂ ਬਾਅਦ ਬੈਂਕਿੰਗ ਦੀਆਂ ਟਾਈਪਸ, ਦੈਨ ਉਸ ਤੋਂ ਬਾਅਦ NBFCs, ਦੈਨ ਮਨੀ ਸਪਲਾਈ, ਰਾਈਟ। ਮਨੀ ਸਪਲਾਈ ਦੇ ਵਿੱਚ ਜਿਵੇਂ ਮੇਨਲੀ RBI ਦੇ ਪਰਸਪੈਕਟਿਵ ਦੇ ਨਾਲ ਤੁਸੀਂ ਪੜ੍ਹਨਾ ਆ। ਦੈਨ ਮੋਨੀਟਰੀ ਪੋਲਿਸੀ ਕਮੇਟੀ ਦੇ ਬਾਰੇ ਤੁਹਾਨੂੰ ਸਾਰਾ ਪਤਾ ਹੋਣਾ ਚਾਹੀਦਾ। ਇਹਦੇ ਤੇ ਮੈਂ ਇੱਕ ਸ਼ਾਰਟ ਵੀ ਬਣਾਇਆ ਆ ਮੋਨੀਟਰੀ ਪੋਲਿਸੀ ਕਮੇਟੀ ਦੇ ਉੱਤੇ, ਠੀਕ ਹੈ। ਔਰ ਉਹ ਗਾਗਰ ਮੇ ਸਾਗਰ ਵਾਲਾ ਹਿਸਾਬ ਹੈ ਕਿ 1 ਮਿੰਟ ਦੀ ਵੀਡੀਓ ਵਿੱਚ ਸਾਰੀ ਮੋਨੀਟਰੀ ਪੋਲਿਸੀ ਕਮੇਟੀ ਐਕਸਪਲੇਨ ਕੀਤੀ ਹੋਈ ਹੈ ਤੇ ਉਹ ਵੀ ਤੁਸੀਂ ਦੇਖ ਲੈਣਾ, ਰਾਈਟ। ਸੋ ਇਹ ਕੁਝ ਚੀਜ਼ਾਂ ਜਿਹੜੀਆਂ ਤੁਸੀਂ ਪੜ੍ਹਨੀਆਂ ਨੇ। ਬਾਕੀ ਵਿਦ ਦਾ ਪੈਸੇਜ ਆਫ ਟਾਈਮ ਜੋ ਮੈਨੂੰ ਯਾਦ ਆਉਂਦਾ ਰਹੇਗਾ ਮੈਂ ਤੁਹਾਨੂੰ ਦੱਸਦੀ ਰਹੂੰਗੀ। ਤੇ ਨਾਲ ਇਹਦੇ ਤੁਸੀਂ ਪੜ੍ਹਨਾ ਆ ਜਿਹੜੇ ਕਰੰਟ ਹੈ ਬੈਂਕਿੰਗ ਦੇ ਵਿੱਚ ਜੋ ਵੀ ਕਰੰਟ ਆਇਆ ਆ ਉਹ ਤੇ ਤੁਸੀਂ ਪੜ੍ਹਨਾ ਹੀ ਪੜ੍ਹਨਾ ਹੈ, ਠੀਕ ਹੈ। ਹੁਣ ਇਸ ਵੀਡੀਓ ਦੇ ਵਿੱਚ ਅਸੀਂ ਕੋਆਪਰੇਟਿਵਸ ਦੀ ਗੱਲ ਕਰਾਂਗੇ, ਰਾਈਟ, ਕਿ ਕੋਆਪਰੇਟਿਵਸ ਹੁੰਦੇ ਕੀ ਆ। ਸੋ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ, ਤੇ ਚੈਨਲ ਨੂੰ ਸਪੋਰਟ ਕਰਨ ਲਈ ਜੁਆਇਨ ਵੀ ਜ਼ਰੂਰ ਕਰਿਓ। ਸੋ ਕੋਆਪਰੇਟਿਵਸ ਹੁੰਦੇ ਕੀ ਆ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਹੈਗੀ ਹੈ ਉਹ ਹੈਗੀ ਆ ਅਮੂਲ ਦੀ, ਹੈ ਨਾ। ਆਨੰਦ ਮਿਲਕ ਯੂਨੀਅਨ ਲਿਮਿਟਿਡ, ਅਮੂਲ। ਸੋ ਵਰਗੀਜ਼ ਕੁਰੀਅਨ ਜਿਹੜੇ ਆ ਫਾਦਰ ਆਫ ਮਿਲਕ ਰੈਵੋਲੂਸ਼ਨ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਇੰਡੀਆ ਦੇ ਵਿੱਚ, ਹੈ ਨਾ। ਸੋ ਉਹਨਾਂ ਵੱਲੋਂ ਲਿਆਂਦੀ ਗਈ ਇੱਕ ਰੈਵੋਲੂਸ਼ਨ ਸੀਗੀ ਕਿਉਂਕਿ ਤੁਹਾਨੂੰ ਯਕੀਨ ਨਹੀਂ ਹੋਏਗਾ ਕਿ ਜਦੋਂ ਮਤਲਬ 1950s ਤੋਂ ਪਹਿਲਾਂ ਆਪਾਂ ਮਿਲਕ ਵੀ ਬਾਹਰੋਂ ਇੰਪੋਰਟ ਕਰਦੇ ਹੁੰਦੇ ਸੀਗੇ, ਨਿਊਜ਼ੀਲੈਂਡ ਤੋਂ ਇੰਪੋਰਟ ਕਰਦੇ ਸੀ। ਮਤਲਬ ਮਿਲਕ ਦੀ ਇੰਨਾ ਜ਼ਿਆਦਾ ਡੈਫਿਸਿਟ ਸੀ ਇੰਡੀਆ ਦੇ ਵਿੱਚ ਔਰ ਅੱਜ ਦੀ ਡੇਟ ਦੇ ਵਿੱਚ ਇੰਡੀਆ ਲਾਰਜੈਸਟ ਪ੍ਰੋਡਿਊਸਰ ਆ ਮਿਲਕ ਦਾ। ਸੋ ਇਹ ਸਾਰਾ ਕੁਝ ਜਿਹੜਾ ਹੈ ਕੋਆਪਰੇਟਿਵਸ ਦੀ ਹੈਲਪ ਦੇ ਨਾਲ ਹੋਇਆ। ਕੋਆਪਰੇਟਿਵਸ ਕੰਮ ਕਿਵੇਂ ਕਰਦੇ ਆ? ਕੋਆਪਰੇਟਿਵਸ ਬੇਸਿਕਲੀ ਮੈਂਬਰਸ ਹੁੰਦੇ ਨੇ, ਮੈਂਬਰਸ ਹੀ ਜਿਹੜੇ ਆ ਉਹ ਚਲਾਉਂਦੇ ਆ, ਕੋਈ ਇੱਕ ਓਨਰ ਨਹੀਂ ਹੁੰਦਾ। ਉਹਦੇ ਵਿੱਚ ਜਿਹੜੇ ਮੈਂਬਰਸ ਹੁੰਦੇ ਉਹੀ ਓਨਰਸ ਹੁੰਦੇ ਨੇ, ਠੀਕ ਹੈ, ਉਹੀ ਕੰਟਰੀਬਿਊਟ ਕਰਦੇ ਨੇ। ਜਿਵੇਂ ਤੁਹਾਨੂੰ ਪਤਾ ਹੀ ਹੈ ਪਿੰਡਾਂ ਦੇ ਵਿੱਚ ਡੇਅਰੀਆਂ ਬਣੀਆਂ ਹੋਈਆਂ ਹੈ ਕੋਆਪਰੇਟਿਵਸ ਤੇ ਉਹਨਾਂ ਦਾ ਇੱਕ ਪ੍ਰਧਾਨ ਜਿਹੜਾ ਉਹਨਾਂ ਨੂੰ ਸਿਲੈਕਟ ਕਰਦੇ ਆ, ਹੈ ਨਾ। ਸੋ ਉਹ ਪ੍ਰਧਾਨ ਦਾ ਓਨਰ ਨਹੀਂ ਹੋ ਜਾਂਦਾ ਡੇਅਰੀ ਦਾ, ਉਹ ਜਿਹੜਾ ਆ ਉਹ ਸਿਲੈਕਟ ਹੁੰਦਾ, ਡੈਮੋਕ੍ਰੈਟਿਕਲੀ ਸਿਲੈਕਟ ਕੀਤਾ ਜਾਂਦਾ ਆ, ਉਹਨੂੰ ਬਾਅਦ ਵਿੱਚ ਚੇਂਜ ਵੀ ਕੀਤਾ ਜਾ ਸਕਦਾ ਆ, ਰਾਈਟ। ਸੋ ਇਹ ਫਿਰ ਪਿੰਡਾਂ 'ਚੋਂ ਦੁੱਧ ਜਿਹੜਾ ਇਕੱਠਾ ਕਰਕੇ ਲਿਆਉਂਦੇ ਆ ਤੇ ਫਿਰ ਉਹ ਜਿੱਥੇ ਮੇਨ ਉਹਨਾਂ ਦਾ ਬਣਿਆ ਹੋਊਗਾ ਸੈਂਟਰ ਉੱਥੇ ਜਾ ਕੇ ਜਿਹੜਾ ਉਹ ਪੂਲ ਕਰ ਦਿੰਦੇ ਆ, ਰਾਈਟ। ਸੋ ਇਸੇ ਤਰ੍ਹਾਂ ਹੀ ਸਭ ਤੋਂ ਇੱਕ ਹੋਰ ਬਿਗੇਸਟ ਐਗਜ਼ਾਮਪਲ ਹੈ ਕੋਆਪਰੇਟਿਵਸ ਦੀ ਲਿਜਤ ਪਾਪੜ, ਹੈ ਨਾ।
ਆਪਾਂ ਸਭ ਨੇ ਹੀ ਕਦੀ ਨਾ ਕਦੀ ਲਿज्जत ਪਾਪੜ ਜਿਹੜੇ ਆ ਖਾਦੇ ਆ। ਸੋ ਇਹ ਜਿਹੜੇ ਲਿज्जत ਪਾਪੜ ਵਾਲਾ ਸਿਸਟਮ ਹੈਗਾ ਕੋਆਪਰੇਟਿਵਸ ਦਾ, ਇਹ ਸਟਾਰਟ ਹੋਇਆ ਸੀਗਾ ਸਿਰਫ 7 ਵੂਮਨ ਨੇ ਸਟਾਰਟ ਕੀਤਾ ਸੀ, ਔਰ ਅੱਜ ਇਹਦੇ ਵਿੱਚ 45,000 ਪਲੱਸ ਵੂਮਨ ਜਿਹੜੀਆਂ ਕੰਮ ਕਰ ਰਹੀਆਂ ਨੇ, ਠੀਕ ਹੈ। ਔਰ ਇਹਦੇ ਵਿੱਚ ਜੋ ਵੀ ਕੰਮ ਕਰਦਾ ਆ ਕੋਆਪਰੇਟਿਵਸ ਦੇ ਵਿੱਚ, ਉਹ ਇਹਦਾ ਓਨਰ ਹੋ ਜਾਂਦਾ ਹੈ। ਇਹਦੇ ਵਿੱਚ ਜਿਵੇਂ ਇੱਕ ਸੈਂਟਰ, ਮੇਨ ਸੈਂਟਰ ਬਣਿਆ ਹੁੰਦਾ ਆ, ਰਾਈਟ। ਸੋ ਉੱਥੇ ਹੀ ਜਿਵੇਂ ਲਿज्जत ਪਾਪੜ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦੀ ਹਾਂ ਵੀ ਉੱਥੇ ਜਾ ਕੇ ਮਤਲਬ ਆਟਾ ਉਟਾ ਸਾਰਾ ਉੱਥੇ ਤਿਆਰ ਹੁੰਦਾ ਹੈ, ਮਸਾਲਾ ਮਸੂਲਾ ਜੋ ਵੀ ਸਟੈਂਡਰਡਾਈਜ਼ਡ ਫਾਰਮੈਟ ਦੇ ਵਿੱਚ। ਤੇ ਉਹਨਾਂ ਨੇ ਆਪਣੀਆਂ ਬੱਸਾਂ ਲਗਾਈਆਂ ਹੋਈਆਂ ਨੇ, ਠੀਕ ਹੈ। ਉਹ ਪਿੰਡ ਪਿੰਡ ਜਾਂਦੀਆਂ ਨੇ, ਉੱਥੋਂ ਵੂਮਨ ਨੂੰ ਲੈ ਕੇ ਆਉਂਦੀਆਂ ਨੇ, ਜਿਹੜੇ ਉਹਨਾਂ ਨੂੰ ਮਤਲਬ ਜਦੋਂ ਵੂਮਨ ਆਉਂਦੀਆਂ ਨੇ ਉੱਥੇ, ਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਗੁੰਨਿਆ ਹੋਇਆ ਆਟਾ ਉਹ ਲੈ ਜਾਂਦੀਆਂ ਨੇ, ਔਰ ਜਿਹੜੇ ਬਣਾਏ ਹੋਏ ਪਾਪੜ ਹੁੰਦੇ ਨੇ ਉਹ ਅਗਲੇ ਦਿਨ ਉੱਥੇ ਦੇ ਜਾਂਦੀਆਂ ਨੇ ਤੇ ਆਪਣਾ ਕੈਸ਼ ਜਿਹੜਾ ਲੈ ਜਾਂਦੀਆਂ ਨੇ। ਸੋ ਇਸ ਤਰ੍ਹਾਂ ਇਹ ਸਿਸਟਮ ਕੋਆਪਰੇਟਿਵਸ ਦਾ ਚੱਲਦਾ ਆ। ਔਰ ਇਸ ਵੇਲੇ ਇਹਦੀ ਲਿज्जत ਪਾਪੜ ਦੀ 21 ਮੈਂਬਰ ਕਮੇਟੀ ਹੈਗੀ ਹੈ, ਜਿਹੜੀ ਕਿ ਬੰਬੇ ਦੇ ਵਿੱਚ ਬੈਠ ਕੇ ਸਾਰੇ ਇੰਡੀਆ ਦੇ ਵਿੱਚ ਇਹਨੂੰ ਆਪਰੇਟ ਕਰਦੀ ਹੈ। ਸੋ ਵੂਮਨ ਹੀ ਇਹਦੀਆਂ ਓਨਰਸ ਨੇ, ਵੂਮਨ ਹੀ ਇਹਨਾਂ ਨੂੰ ਚਲਾਉਂਦੀਆਂ ਨੇ। ਸੋ ਕੋਆਪਰੇਟਿਵਸ ਜਿਹੜੇ ਇਸ ਤਰ੍ਹਾਂ ਕੰਮ ਕਰਦੇ, ਔਰ ਉਹ 21 ਮੈਂਬਰ ਪਰਮਾਨੈਂਟ ਨਹੀਂ ਹੁੰਦੀਆਂ, ਚੇਂਜ ਹੁੰਦੀਆਂ ਰਹਿੰਦੀਆਂ ਨੇ, ਰਾਈਟ। ਜਿਵੇਂ ਇਸ ਵੇਲੇ ਅਮੂਲ ਦੇ ਵੀ ਐਮਡੀ ਮੇਰੇ ਖਿਆਲ RS ਭਾਟੀਆ ਸਮਥਿੰਗ ਇਦਾਂ ਦਾ ਨਾਮ ਹੈ ਉਹਨਾਂ ਦਾ, ਠੀਕ ਹੈ। ਸੋ ਇਹ ਚੇਂਜ ਹੁੰਦੇ ਰਹਿੰਦੇ ਨੇ ਬਿਕੋਜ਼ ਇਹ ਡੈਮੋਕ੍ਰੈਟਿਕਲੀ ਇਹਨਾਂ ਨੂੰ ਇਲੈਕਟ ਕੀਤਾ ਜਾਂਦਾ ਫਰੋਮ ਅਮੰਗ ਮੈਂਬਰਸ। ਅੱਜ ਤੁਸੀਂ ਕਿਸੇ ਕੋਆਪਰੇਟਿਵ ਦੇ ਮੈਂਬਰ ਬਣਦੇ ਹੋ, ਕੱਲ੍ਹ ਨੂੰ ਤੁਸੀਂ ਓਨਰ ਵੀ ਬਣ, ਤੁਸੀਂ ਉਸ ਕਮੇਟੀ ਦੇ ਮੈਂਬਰ ਬਣ ਕੇ ਉਹਦੇ ਪ੍ਰਧਾਨ ਵੀ ਬਣ ਜਾਂਦੇ ਹੋ, ਰਾਈਟ। ਸੋ ਬੈਂਕਸ ਦੇ ਵਿੱਚ ਵੀ ਇਦਾਂ ਹੀ ਤੁਸੀਂ ਦੇਖਿਓ, ਕੱਲ੍ਹ ਨੂੰ ਜਦੋਂ ਤੁਸੀਂ ਕੋਆਪਰੇਟਿਵ ਬੈਂਕ ਦੇ ਵਿੱਚ ਜਾਓਗੇ ਉੱਥੇ ਵੀ ਇਦਾਂ ਦਾ ਹੀ ਸਿਸਟਮ ਹੈ ਨਾ, ਕ੍ਰੈਡਿਟ ਸਿਸਟਮ ਹੈ, ਮੈਂਬਰਸ ਬਣਦੇ ਨੇ, ਮੈਂਬਰਸ ਦਾ ਹੀ ਪੈਸਾ ਹੁੰਦਾ, ਉਹੀ ਪੂਲ ਕਰਦੇ ਨੇ, ਤੇ ਲੋ ਇੰਟਰਸਟ ਰੇਟ ਤੇ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਜਦੋਂ ਉਹਨਾਂ ਨੂੰ ਨੀਡ ਪੈਂਦੀ ਹੈ ਤੇ ਉਹ ਲੈ ਲੈਂਦੇ ਨੇ, ਚਾਹੇ ਉਹਨਾਂ ਨੇ ਬੱਚਿਆਂ ਦਾ ਵਿਆਹ ਕਰਨਾ ਹੈ, ਚਾਹੇ ਉਹਨਾਂ ਨੇ ਬੱਚਿਆਂ ਦੀ ਐਜੂਕੇਸ਼ਨ ਲਈ ਪੈਸਾ ਖਰਚਣਾ ਹੈ। ਸੋ ਇਸ ਤਰ੍ਹਾਂ ਇਹ ਕੋਆਪਰੇਟਿਵਸ ਦਾ ਕੰਮ ਜਿਹੜਾ ਚੱਲਦਾ ਹੈ, ਠੀਕ ਹੈ। ਸੋ ILO ਕੀ ਕਹਿੰਦਾ ਆ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਹਿਸਾਬ ਦੇ ਨਾਲ ਉਹਦੇ ਕੋਆਪਰੇਟਿਵ ਦੀ ਡੈਫੀਨੇਸ਼ਨ ਕੀ ਹੈ ਕਿ ਇੱਕ ਆਟੋਨੋਮਸ ਐਸੋਸੀਏਸ਼ਨ ਹੈ, ਖੁਦ ਤੋਂ ਬਣਾਈ ਹੋਈ ਐਸੋਸੀਏਸ਼ਨ ਹੈ ਆਫ ਪਰਸਨਸ ਯੂਨਾਈਟਿਡ ਵੋਲੰਟਰੀਲੀ, ਕਿ ਆਪਣੀ ਮਰਜ਼ੀ ਦੇ ਨਾਲ ਜੁੜੇ ਹੁੰਦੇ ਨੇ ਟੂ ਮੀਟ देयर ਕਾਮਨ ਇਕਨੋਮਿਕ, ਸੋਸ਼ਲ ਐਂਡ ਕਲਚਰਲ ਨੀਡਸ, ਆਪਣੀਆਂ ਨੀਡਸ ਨੂੰ ਪੂਰਾ ਕਰਨ ਲਈ ਐਂਡ ਐਸਪੀਰੇਸ਼ਨਸ ਨੂੰ ਥਰੂ ਅ ਜੁਆਇੰਟਲੀ ਓਨਡ, ਮਤਲਬ ਉਹ ਸਭ ਦੀ ਸਭ ਹੀ ਓਨਰ ਹੈ, ਜੋ ਉਹਦੇ ਮੈਂਬਰ ਹੈ ਉਹੀ ਉਹਦੇ ਓਨਰ ਹੈ। ਐਂਡ ਡੈਮੋਕ੍ਰੈਟਿਕਲੀ ਕੰਟਰੋਲਡ ਐਂਟਰਪ੍ਰਾਈਜ਼, ਡੈਮੋਕ੍ਰੈਟਿਕਲੀ ਕੰਟਰੋਲ ਕਿਵੇਂ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਹੁਣੇ ਕਿ 21 ਮੈਂਬਰ ਕਮੇਟੀ ਜਿਹੜੀ ਹੈ ਸਿਲੈਕਟ ਕੀਤੀ ਜਾਂਦੀ ਹੈ, ਵੋਟਿੰਗ ਦੇ ਥਰੂ ਕੀਤੀ ਜਾਂਦੀ ਹੈ, ਔਰ ਉਹ ਬਾਅਦ ਵਿੱਚ ਜਿਹੜੇ ਅੱਗੋਂ ਚਲਾਉਂਦੇ ਆ ਸਾਰਾ ਸਿਸਟਮ, ਰਾਈਟ। ਦੈਨ ਉਸ ਤੋਂ ਬਾਅਦ ਆ ਗਿਆ ਫੈਕਟਸ ਜਿਹੜੇ ਤੁਸੀਂ ਯਾਦ ਰੱਖਣੇ ਆ। ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ 2012 ਦੇ ਵਿੱਚ ਇੰਟਰਨੈਸ਼ਨਲ ਈਅਰ ਆਫ ਕੋਆਪਰੇਸ਼ਨ ਡਿਕਲੇਅਰ ਕੀਤਾ ਸੀਗਾ। ਦੈਨ ਕੋਆਪਰੇਟਿਵਸ ਜਿਹੜੇ ਸਭ ਤੋਂ ਪਹਿਲੀ ਵਾਰੀ ਯੂਰਪ ਦੇ ਵਿੱਚ ਸਟਾਰਟ ਹੋਈ ਸੀਗੇ, ਠੀਕ ਹੈ। ਦੈਨ ਉਸ ਤੋਂ ਬਾਅਦ ਬ੍ਰਿਟਿਸ਼ਰਸ ਨੇ ਇਹਨੂੰ ਰੈਪਲੀਕੇਟ ਕੀਤਾ ਇੰਡੀਆ ਦੇ ਵਿੱਚ, ਬ੍ਰਿਟਿਸ਼ਰਸ ਲੈ ਕੇ ਆਏ ਸੀਗੇ, ਕਿਉਂਕਿ ਇੰਡੀਆ ਦੇ ਵਿੱਚ ਉਸ ਟਾਈਮ ਜਿਹੜੀਆਂ ਜ਼ਮੀਨਾਂ ਹੁੰਦੀਆਂ ਸੀ ਮਨੀ ਲੈਂਡਰਸ ਕੋ, ਤੁਹਾਨੂੰ ਪਤਾ ਜ਼ਮੀਂਦਾਰਸ ਕੋ ਹੁੰਦੀਆਂ ਸੀਗੀਆਂ, ਠੀਕ ਹੈ। ਤੇ ਜ਼ਮੀਂਦਾਰ ਜਿਹੜੇ ਬਹੁਤ ਐਕਸਪਲੋਇਟ ਕਰਦੇ ਹੁੰਦੇ ਸੀਗੇ ਇੰਟਰਸਟ ਲੈਣ ਲਈ, ਤੁਹਾਨੂੰ ਪਤਾ ਹੀ ਹੈ ਨਾ, ਆਪਾਂ ਹਿਸਟਰੀ ਦੇ ਵਿੱਚ ਪੜ੍ਹਿਆ ਆ। ਸੋ ਇਹ ਕੋਆਪਰੇਟਿਵਸ ਲੈ ਕੇ ਆਏ। The term cooperative societies came after farmers, ਇਸ ਤਰ੍ਹਾਂ ਹੀ ਮਤਲਬ ਕਿ ਜ਼ਿਆਦਾ ਵਿਆਜ ਲੈਣ ਕਰਕੇ ਜਿਹੜੇ ਜ਼ਮੀਂਦਾਰ ਸੀਗੇ ਬਹੁਤ ਜ਼ਿਆਦਾ ਵਿਆਜ ਲੈਂਦੇ ਸੀਗੇ, ਹੈ ਨਾ, ਜਿਹੜੇ ਕਿਸਾਨ ਸੀ ਉਹਨਾਂ ਕੋਲੋਂ, ਤੇ ਇਹਦੇ ਅਗੇਂਸਟ ਇੱਕ ਰਿਬੈਲੀਅਨ ਜਿਹੜਾ ਚੱਲਿਆ ਮਹਾਰਾਸ਼ਟਰ ਦੇ ਪੂਨੇ ਤੇ ਅਹਿਮਦਨਗਰ ਏਰੀਆ ਦੇ ਵਿੱਚ। ਸੋ ਬ੍ਰਿਟਿਸ਼ਰਸ ਨੇ ਇਸ ਤੋਂ ਬਾਅਦ 3 ਐਕਟ ਜਿਹੜੇ ਆ ਪਾਸ ਕੀਤੇ। ਪਹਿਲਾ ਹੈਗਾ ਡੈਕਨ ਐਗਰੀਕਲਚਰਲ ਰਿਲੀਫ ਐਕਟ, ਇਹ 1879 ਦੇ ਵਿੱਚ ਪਾਸ ਕੀਤਾ ਡੈਕਨ ਏਰੀਆ ਲਈ। ਦੈਨ ਲੈਂਡ ਇੰਪਰੂਵਮੈਂਟ ਲੋਨ ਐਕਟ ਪਾਸ ਕੀਤਾ 1883 ਦੇ ਵਿੱਚ, ਤੇ ਐਗਰੀਕਲਚਰਿਸਟ ਲੋਨ ਐਕਟ ਪਾਸ ਕੀਤਾ 1884 ਦੇ ਵਿੱਚ। ਦੈਨ ਇਸ ਤੋਂ ਬਾਅਦ 1889 ਦੇ ਵਿੱਚ, ਇਹਨਾਂ ਸਾਰੇ ਐਕਟਸ ਤੋਂ ਬਾਅਦ 1889 ਦੇ ਵਿੱਚ ਜਿਹੜਾ ਪਹਿਲਾ ਕੋਆਪਰੇਟਿਵ ਅਰੇਂਜਮੈਂਟ ਇੰਡੀਆ ਦੇ ਵਿੱਚ ਹੋਇਆ ਆ, ਉਹਦਾ ਨਾਮ ਸੀਗਾ ਅਨੋਨਿਆ ਸਹਿਕਾਰੀ ਮੰਡਲੀ, ਇਹ ਸਟੇਟ ਆਫ ਬਰੋਦਾ ਇੱਥੇ ਹੋਇਆ ਸੀਗਾ, ਠੀਕ ਹੈ, ਅਨੋਨਿਆ ਸਹਿਕਾਰੀ ਮੰਡਲੀ। ਸੋ ਇੰਨਾ ਫਿਲਹਾਲ ਤੁਸੀਂ ਨੋਟ ਕਰੋ। ਹੁਣ ਆਪਾਂ ਗੱਲ ਕਰਾਂਗੇ ਕੁਝ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਦੀ। ਸੋ ਇਹ ਜਿਹੜੀਆਂ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਨੇ, ਥੀਸ ਆਰ ਰਿਲੇਟਡ ਟੂ ਕੋਆਪਰੇਟਿਵ ਸੁਸਾਇਟੀਜ਼। ਸਭ ਤੋਂ ਪਹਿਲਾ ਹੈਗਾ 97th ਕਨਸਟੀਟਿਊਸ਼ਨਲ ਅਮੈਂਡਮੈਂਟ 2011। ਇਹ ਪਾਰਟ ਇਹਦੇ ਨਾਲ ਮਤਲਬ ਇਹ ਅਮੈਂਡਮੈਂਟ ਕਰਕੇ ਇਹਨਾਂ ਨੇ ਪਾਰਟ 9B, ਠੀਕ ਹੈ, 9A ਪਾਰਟ ਹੈਗਾ ਮਿਊਨਿਸਪੈਲਿਟੀਜ਼, ਰਾਈਟ। ਸੋ 9B ਦੇ ਵਿੱਚ ਇਹਨਾਂ ਨੇ ਕੋਆਪਰੇਟਿਵਸ ਜਿਹੜਾ ਆ ਉਹ ਇਨਕਲੂਡ ਕੀਤਾ ਰਿਗਾਰਡਿੰਗ ਕੋਆਪਰੇਟਿਵਸ ਵਰਕਿੰਗ ਇਨ ਇੰਡੀਆ, ਰਾਈਟ। ਸੋ ਹੁਣ ਇਹਦੇ ਤੇ ਕਰੰਟ ਅਫੇਅਰ ਹੈਗਾ, ਕੱਲ ਹੀ ਇਹ ਨਿਊਜ਼ ਆਈ ਹੈ, ਬੈਂਚ ਆਫ ਜਸਟਿਸ RN ਨਰੀਮਨ, ਠੀਕ ਹੈ, RN ਨਰੀਮਨ, KM ਜੋਸਫ ਐਂਡ BR ਗਵਾਈ, ਇਹਨਾਂ ਨੇ ਸਟਰਕ ਡਾਊਨ ਕੀਤਾ ਦਿਸ ਪਾਰਟ, ਇਹ ਇੰਪੋਰਟੈਂਟ ਹੈ ਇੱਥੇ, to the extent
टू द एक्सटेंट इट रिलेट्स टू कोऑपरेटिव्स। इन्होंने कहा कि सेंटर सरकार ने जो ये पास किया सी 97th कॉन्स्टिट्यूशनल अमेंडमेंट 2011, क्योंकि जिहड़ा कोऑपरेटिव सोसाइटीज़ है ये स्टेट सब्जेक्ट है, ठीक है, स्टेट सब्जेक्ट है। स्केड्यूल अगर आप 7 देखिए, ठीक है, स्केड्यूल 7 दी लिस्ट 2 दैट इज रिलेटेड टू स्टेट्स, है ना। लिस्ट 2 जेडी है, लिस्ट 1 यूनियन होंगी है, लिस्ट 2 स्टेट्स, लिस्ट 3 कंकरेंट। सो 7 स्केड्यूल दे लिस्ट 2 दे विच स्टेट सब्जेक्ट है कोऑपरेटिव सोसाइटी, और इहदी एंट्री नंबर तुसी याद रख लियो, एंट्री नंबर हैगा 32। एंट्री नंबर 32 दे विच कोऑपरेटिव सोसाइटीज़ जिहड़ा एक्सक्लूसिवली कि कोऑपरेटिव सोसाइटीज़ दे रिलेटेड जिहड़ा कानून है वो स्टेट सरकार ही बना सकती है, राइट। सो ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਇਹ ਹਾਂ ਬਣਾ ਸਕਦੀ ਇਨ ਕੇਸ ਅਗਰ ਜਿਹੜਾ 368 ਆਪਣਾ ਹੈਗਾ ਆ ਆਰਟੀਕਲ, ਠੀਕ ਹੈ, ਅਮੈਂਡਮੈਂਟ ਰਿਲੇਟਡ, ਉਹਦੇ ਅੰਡਰ ਸਬ ਸੈਕਸ਼ਨ 2 ਹੈ ਜਿਹਦੇ ਅੰਡਰ ਲਿਖਿਆ ਹੋਇਆ ਹੈ ਕਿ ਜਦੋਂ ਸਟੇਟਸ ਦੀ, ਜਦੋਂ ਆਪਾਂ ਫੈਡਰਲ ਕਿਸੇ ਵੀ ਸਬਜੈਕਟ ਦੀ ਗੱਲ ਕਰਦੇ ਹਾਂ ਜਿਹਦੇ ਨਾਲ ਪੂਰੀ ਫੈਡਰਲ ਢਾਂਚਾ ਜਿਹੜਾ ਡਿਸਟਰਬ ਹੁੰਦਾ ਹੈ, ਸੋ ਉਸ ਕੇਸ ਦੇ ਵਿੱਚ ਆਪਾਂ ਮੋਰ ਦੈਨ ਹਾਫ ਸਟੇਟਸ ਦੀ ਰੈਟੀਫਿਕੇਸ਼ਨ ਲੈਂਦੇ ਹਾਂ। ਬਟ ਇਹਨਾਂ ਨੇ ਕਿਹਾ ਹੈ ਕਿ ਜਦੋਂ ਤੁਸੀਂ ਇਹ ਅਮੈਂਡਮੈਂਟ ਪਾਸ ਕੀਤੀ ਹੈ ਤੇ ਤੁਸੀਂ ਉਹਦੇ ਵਿੱਚ ਸਟੇਟਸ ਦੀ ਰੈਟੀਫਿਕੇਸ਼ਨ नहीं लई है, राइट। सो इस केस के विच इन्होंने कहा कि जिहड़ी कोऑपरेटिव्स है जिथों तक इन्हां दी इफेक्टिव मैनेजमेंट का काम हुंदा है, ठीक है, इफेक्टिव मैनेजमेंट का काम है वो तुसी यूनियन अपने कोल रख सकदी आ, ठीक है। दैन एक हुंदे मल्टी स्टेट कोऑपरेटिव्स हुंदियां जिहदे विच कोऑपरेटिव सोसाइटीज़ जिहड़ियां एक तो वध स्टेट्स दे विच ऑपरेशन करदियां ने। सो उस केस दे विच यूनियन अपने कोल उन्हां दा मैनेजमेंट रख सकदी है, कंट्रोल देख सकदी है। बट एज फार एज स्टेट्स आर कंसर्न उस केस दे विच, क्योंकि पहला की हुंदा है कि जिवें इन्हां ने यूनियन ने कुछ रिस्ट्रिक्शंस इस आर्टिकल के थ्रू, इस अमेंडमेंट के थ्रू सॉरी इंपोज कीतियां स्टेट्स दे उत्ते भी स्टेट्स जिहड़े बोर्ड ऑफ डायरैक्टर्स ने, ठीक है, बोर्ड ऑफ डायरैक्टर्स की जिहड़ी टैनोर है वो 5 ईयर्स तो वध नहीं होनी चाहिए, राइट। दैन जिहड़ियां कमेटीज़ ने या बोर्ड ऑफ डायरैक्टर्स ने ये 21 तो ज़्यादा नहीं होनी चाहिए। जिवें आपां लिज्जत पापड़ की गल की कि 21 मैंबर कमेटी है, सो इन्होंने कहा कि 21 तो ज़्यादा नहीं होनी चाहिए, फिर इन्होंने टेनोर फिक्स होनी चाहिए है। सो इस तरह इन्होंने रिस्ट्रिक्शंस जिहड़ियां इंपोज कीतियां। तो सो इन्होंने क्या है, इस बेंच ने क्या है, इन्होंने तो मतलब एक ये मेरे ख्याल KM जोसेफ इन्होंने कहा कि सारी 97th कॉन्स्टिट्यूशनल अमेंडमेंट ही स्ट्रक डाउन कर दो, ठीक है। बट बाकी जिहड़े सी उन्होंने नहीं किया। सो 2:1 की रेशो आई तो जो भी इन्हों का डिसीजन आया, सो वो अकॉर्डिंगली इन्होंने कहा है कि इसका कुछ पार्ट जिहड़ा है वो पार्ट जिहड़ा कि इहदी मतलब वर्किंग के नाल रिलेटेड है, वर्किंग और फंक्शनिंग, ठीक है, फंक्शनिंग और सेटिंग अप ऑफ कोऑपरेटिव सोसाइटीज़ वो एक्सक्लूसिवली स्टेट को रहूगा, उहदे ते यूनियन कुछ भी कानून नहीं बनाएगी। और आयरोनिकली ये स्टेटमेंट जिहड़ी है ये आई है जो इन्होंने मिनिस्ट्री ऑफ कोऑपरेशन क्रिएट किया है, ठीक है। सो मिनिस्ट्री ऑफ कोऑपरेशन होने तुहानूं पता है सहकार से समृद्धि जिहदी टैगलाइन इन्होंने रखी है, तुसीं याद रख लियो, सहकार से समृद्धि। मिनिस्ट्री ऑफ कोऑपरेशन दा ये मोटिव है या मोटो है जो भी तुसीं कह लो, इसदा इंग्लिश मीनिंग है प्रॉस्पैरिटी थ्रू कोऑपरेशन, प्रॉस्पैरिटी थ्रू कोऑपरेशन। सो इन शॉर्ट में दसना कि यूनियन जिहड़ी है वो ना सिर्फ इफेक्टिव मैनेजमेंट देख सकती है, बट एज फार एज इट्स कॉन्स्टिट्यूशन इज कंसर्नड, कोऑपरेटिव सोसाइटीज़ का जिहड़ा कॉन्स्टिट्यूशन है उहदे ते हुण यूनियन जिहड़ी है वो कोई कुछ भी नहीं करेगी, वो स्टेट्स दे कोल ही राइट पहला सी स्टेट दे कोल ही हुण रहेगा। सो बाकी इहदे विच याद रखना है कि स्टेट सब्जेक्ट है, ठीक है, और एंट्री नंबर 32 दे विच स्टेट्स दे कोल एक्सक्लूसिव पावर है कोऑपरेटिव सोसाइटीज़ दे नाल रिलेटेड लॉ बनाने। वैसे तो कोऑपरेटिव सोसाइटीज़ ने इन्होंने इन्ना प्रमोट नहीं किया, इन्हू प्रमोट करना चाहिए सीगा, बिकॉज ये बहुत ज़्यादा जिद्दां तुसीं अमूल का देख लो, लिज्जत पापड़ का देख लो, बहुत ज़्यादा मतलब अर्निंग्स जिहड़ियां जिवें ईवन ये कोई स्किल हुण जिहड़ा लिज्जत पापड़ है वो वुमेन नूं कोई क्वालिफिकेशन थोड़ी है, बस तुहानूं वो ट्रेनिंग भी दे दिंदे ने नाल ही, ठीक है, और सारा समान भी तुहानूं दे देना और अर्निंग भी तुहानूं देनी तुहाडी मेहनत दी। सो काफ़ी ज़्यादा इहदे नाल एम्प्लॉयमेंट मिलती है लोगों को, स्पैशली जिहड़े पढ़े लिखे नहीं है बट स्किल्स हैगे ने थोड़े बहुत उन्होंने विच ना भी होण स्किल्स दुध बेचना दुध ही नहीं बेचना उस स्किल की चाहिए, राइट। सो ये काफ़ी ज़्यादा आने वाले टाइम दे विच जिवें अपने नवे जिहड़े प्रेजिडेंट बने आ उन्हां दा भी मेन मोटिव हैगा कोऑपरेटिव्स नूं प्रमोट करना। सो लैट्स सी अगर वो पावर च आउंदे ते देखदे आ की करदे आ। सो दैन उस तो बाद नैक्सट हैगा आ वर्ड कोऑपरेटिव्स जिहड़ा आ दिस वॉज एडिड आफ्टर यूनियंस एंड एसोसीएशंस। यूनियन एंड एसोसीएशन तो पहले ही सीगा अपने कॉन्स्टिट्यूशन के विच,
ठीक है, आर्टिकल 19 ਦੇ ਅੰਡਰ। ਸੋ ਇਹਦੇ ਨਾਲ ਹੀ कि मतलब ਜਿਹੜਾ ਸਾਨੂੰ ਇੱਕ ਰਾਈਟ ਹੈ, ਰਾਈਟ ਟੂ ਫਾਰਮ ਯੂਨੀਅਨ ਐਂਡ ਐਸੋਸੀਏਸ਼ਨ ਐਂਡ ਕੋਆਪਰੇਟਿਵਸ, ਠੀਕ ਹੈ। ਸੋ ਕੋਆਪਰੇਟਿਵਸ ਵਰਡ ਵੀ ਨਾਲ ਐਡ ਕਰ ਦਿੱਤਾ ਗਿਆ ਅੰਡਰ ਆਰਟੀਕਲ 19(1)(c) ਅੰਡਰ ਪਾਰਟ 3 ਫੰਡਾਮੈਂਟਲ ਰਾਈਟ। ਸੋ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਇੱਕ ਤਰ੍ਹਾਂ ਨਾਲ ਕਿ ਅਸੀਂ ਕੋਆਪਰੇਟਿਵ ਸੁਸਾਇਟੀ ਚਾਹੀਏ ਤੇ ਬਣਾ ਸਕਦੇ ਹਾਂ। ਦੈਨ ਉਸ ਤੋਂ ਬਾਅਦ ਥਰਡ ਹੈਗਾ ਅ ਨਿਊ ਆਰਟੀਕਲ 43B ਨਾਲ ਐਡ ਕਰ ਦਿੱਤਾ ਗਿਆ ਸੀਗਾ ਇਨ डायरेक्टिव प्रिंसिपल ऑफ स्टेट पॉलिसी और पार्ट 4 रिगार्डिंग द प्रमोशन ऑफ कोऑपरेटिव सोसाइटीज़। सो ये प्लीज़ तुसीं नोट डाउन कर लो। ਹੁਣ ਆਪਾਂ ਗੱਲ ਕਰਾਂਗੇ ਕੁਛ ਇਹਦੇ ਜੋ ਕਰੈਕਟਰਿਸਟਿਕਸ ਹੁੰਦੇ ਕੋਆਪਰੇਟਿਵ ਸੁਸਾਇਟੀਜ਼ ਦੇ। ਸੋ ਸਭ ਤੋਂ ਪਹਿਲਾਂ ਤੇ ਇਹਦੀ ਵੋਲੰਟਰੀ ਐਸੋਸੀਏਸ਼ਨ, ਜਿਵੇਂ ਕਿ ਆਪਾਂ ਪਹਿਲਾਂ ਵੀ ਸਲਾਈਡ ਦੇ ਵਿੱਚ ਗੱਲ ਕੀਤੀ ਸੀ ਵੀ ਜਿਹਦੀ ਮਰਜ਼ੀ ਹੈ ਉਹ ਜੁਆਇਨ ਕਰ ਸਕਦਾ, ਜਿਹਦੀ ਮਰਜ਼ੀ ਹੈ ਉਹ ਬਾਹਰ ਨਿਕਲ ਸਕਦਾ, ਬਟ ਜਦੋਂ ਉਹਨੇ ਬਾਹਰ ਨਿਕਲਣਾ ਤੇ ਉਹਨੂੰ ਕੀ ਹੈ ਰਿਟਨ ਨੋਟਿਸ ਜਿਹੜਾ ਦੇਣਾ ਪੈਂਦਾ ਆ। ਦੈਨ ਉਸ ਤੋਂ ਬਾਅਦ ਹੈਗਾ ਓਪਨ ਮੈਂਬਰਸ਼ਿਪ। ਓਪਨ ਮੈਂਬਰਸ਼ਿਪ ਮਤਲਬ ਕਿ ਹਰ ਕਿਸੇ ਲਈ ਓਪਨ ਹੈ, ਇਰਰਿਸਪੈਕਟਿਵ ਆਫ ਕਾਸਟ, ਕ੍ਰੀਡ, ਕਲਰ, ਕੋਈ ਵੀ ਆ ਸਕਦਾ, ਕੋਈ ਵੀ ਇਹਦਾ ਮੈਂਬਰ ਬਣ ਸਕਦਾ ਹੈ। ਦੈਨ ਉਸ ਤੋਂ ਬਾਅਦ ਹੈਗੇ ਰਜਿਸਟ੍ਰੇਸ਼ਨ। ਰਜਿਸਟ੍ਰੇਸ਼ਨ ਮਤਲਬ ਕਿ ਕੋਆਪਰੇਟਿਵ ਸੁਸਾਇਟੀ ਜਿਹੜੀ ਆ ਉਹਨੂੰ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਪੈਂਦਾ ਆ ਅਗਰ ਉਹ ਲੀਗਲ ਐਂਟੀਟੀ ਬਣਨਾ ਚਾਹੁੰਦੀ ਹੈ ਤੇ ਰਾਈਟ। ਦੈਨ ਉਸ ਤੋਂ ਬਾਅਦ ਹੈਗਾ ਲਿਮਿਟਿਡ ਲਾਇਬਿਲਿਟੀ। ਲਿਮਿਟਿਡ ਲਾਇਬਿਲਿਟੀ ਮਤਲਬ ਕਿ ਹਰ ਇੱਕ ਮੈਂਬਰ ਦੀ ਲਾਇਬਿਲਿਟੀ ਜਿਹੜੀ ਆ ਉਸ ਹੱਦ ਤੱਕ ਲਿਮਿਟਿਡ ਹੁੰਦੀ ਹੈ ਜਿੰਨਾ ਉਹ ਪੂਲ ਕਰਦਾ ਮਨੀ ਜਾਂ ਜੋ ਵੀ ਉਹ ਕੰਟਰੀਬਿਊਸ਼ਨ ਕਰਦਾ, ਸੋ ਉਸ ਹਿਸਾਬ ਦੇ ਨਾਲ ਉਹਦੀ ਉਨੀ ਹੀ ਲਾਇਬਿਲਿਟੀ ਬਣਦੀ ਹੈ। ਸੋ ਇਹਦੇ ਵਿੱਚ ਇਹ ਹੁੰਦਾ ਹੈ ਕਿ ਜਿੰਨਾ ਅਗਰ ਸਾਰਿਆਂ ਨੇ ਇੱਕੋ ਤਰ੍ਹਾਂ ਪੈਸੇ ਪਾਏ ਆ ਵਿੱਚ, ਠੀਕ ਹੈ, ਸਾਰਿਆਂ ਨੇ ਜੋ ਵੀ ਕੰਟਰੀਬਿਊਸ਼ਨ ਕੀਤਾ, ਜੇ ਨੁਕਸਾਨ ਹੋਇਆ ਤੇ ਸਾਰਿਆਂ ਦਾ ਹੋਣਾ, ਜੇ ਫਾਇਦਾ ਹੋਇਆ ਤਾਂ ਵੀ ਸਾਰਿਆਂ ਦਾ ਹੋਣਾ ਆ, ਰਾਈਟ। ਦੈਨ ਉਸ ਤੋਂ ਬਾਅਦ ਹੈਗਾ ਡੈਮੋਕ੍ਰੈਟਿਕ ਕਰੈਕਟਰ। ਡੈਮੋਕ੍ਰੈਟਿਕ ਕਰੈਕਟਰ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਬੋਰਡ ਦੀ ਕਨਸਟੀਟਿਊਸ਼ਨ ਹੁੰਦੀ ਹੈ, ਆਪਣੇ ਵਿੱਚੋਂ ਹੀ ਆਪਣੇ ਹੀ ਬੰਦਿਆਂ ਦੇ ਵਿੱਚੋਂ ਮਤਲਬ ਮੈਂਬਰਸ ਹੀ ਜਿਹੜੇ ਉਹ ਆਪਣੇ ਆਪ ਨੂੰ ਵੋਟਿੰਗ ਹੁੰਦੀ ਹੈ ਸਿਲੈਕਟ ਕਰਦੇ ਆ, ਰਾਈਟ। ਤੇ ਫਿਰ ਜਿਹੜੇ ਇੰਪੋਰਟੈਂਟ ਡਿਸੀਜਨਸ ਹੁੰਦੇ ਆ ਉਹ ਕਮੇਟੀ ਲੈਂਦੀ ਆ। ਦੈਨ ਉਸ ਤੋਂ ਬਾਅਦ ਮੋਟਿਵ। ਕੋਆਪਰੇਟਿਵ ਸੁਸਾਇਟੀਜ਼ ਜਿਹੜੇ ਹਰ ਇੱਕ ਸੁਸਾਇਟੀ ਦਾ ਆਪਣਾ ਆਪਣਾ ਮੋਟਿਵ ਹੁੰਦਾ ਹੈ, ਠੀਕ ਹੈ। ਕੋਈ ਕ੍ਰੈਡਿਟ ਸੁਸਾਇਟੀ ਹੈਗੀ ਹੈ, ਉਹ ਪੈਸੇ ਜਿਵੇਂ ਪੂਲ ਕਰਦੇ ਆ ਤੇ ਫਿਰ ਜਿਹੜੇ ਮੈਂਬਰਸ ਹੁੰਦੇ ਆ ਉਹਨਾਂ ਨੂੰ ਜਿਵੇਂ ਕਿ ਮਤਲਬ ਉਹਨਾਂ ਦੀ ਕੋਈ ਵੀ ਨੀਡ ਹੈ, ਵਿਆਹ ਕਰਨਾ ਬੱਚੇ ਦਾ ਜਾਂ ਪੜ੍ਹਾਈ ਹੈ, ਸੋ ਪੈਸੇ ਲੈ ਸਕਦਾ। ਹਾਊਸਿੰਗ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ, ਠੀਕ ਹੈ, ਜਿਹਦੇ ਵਿੱਚ ਮਤਲਬ ਜਿੱਦਾਂ ਜ਼ਮੀਨਾਂ ਮਹਿੰਗੀਆਂ ਹੋ ਜਾਂਦੀਆਂ ਨੇ, ਠੀਕ ਹੈ, ਤੇ ਦੈਨ ਉਸ ਕੇਸ ਦੇ ਵਿੱਚ ਉਹ ਕੀ ਕਰਦੇ ਨੇ ਰਲ ਕੇ ਇੱਕ ਸੁਸਾਇਟੀ ਬਣਾਉਂਦੇ ਨੇ ਤੇ ਉਸ ਕਹਿ ਦਿੰਦੇ ਆ ਸੁਸਾਇਟੀ ਦਾ ਮੈਂਬਰ ਹੈਗਾ, ਸੁਸਾਇਟੀ 'ਚ ਰਹਿੰਦਾ ਆ, ਠੀਕ ਹੈ। ਸੋ ਇੱਕ ਸੁਸਾਇਟੀ ਉਹ ਇੱਕ ਜਗ੍ਹਾ ਲੈ ਲੈਂਦੇ ਨੇ, ਉੱਥੇ ਬਿਲਡਿੰਗਸ ਬਣਾਉਂਦੇ ਨੇ ਤੇ ਫਿਰ ਉਹ ਆਪਣੇ ਹੀ ਮੈਂਬਰਸ ਦੇ ਵਿੱਚੋਂ ਉਹਨੂੰ ਖਰੀਦਦੇ ਨੇ। ਦੈਨ ਉਸ ਤੋਂ ਬਾਅਦ ਇਹਦਾ ਮੋਟਿਵ, ਠੀਕ ਹੈ। ਦੈਨ ਉਸ ਤੋਂ ਬਾਅਦ ਜੇ ਮੰਨ ਲਓ ਜੋ ਵੀ ਪੈਸਾ ਸਭ ਨੇ ਇਨਵੈਸਟ ਕੀਤਾ ਉਸ ਤੋਂ ਬਾਅਦ ਜੇ ਕੋਈ ਪ੍ਰੋਫਿਟ ਆ ਗਿਆ, ਜਿਵੇਂ ਹੁਣ ਲਿਜਤ ਪਾਪੜ ਦੇ ਵਿੱਚ ਇੰਨਾ ਪ੍ਰੋਫਿਟ ਆਉਂਦਾ ਹੈ, ਸੋ ਉਹ ਐਜ਼ ਅ ਡਿਵੀਡੈਂਡ ਜਿਹੜਾ ਮੈਂਬਰਸ ਦੇ ਵਿੱਚ ਵੰਡਿਆ ਜਾਂਦਾ ਹੈ। ਈਵਨ ਬੋਨਸ ਜਿਹੜਾ ਦਿੰਦੇ ਆ, ਠੀਕ ਹੈ, ਜੋ ਇਹਦੇ ਵਿੱਚ ਲਿਜਤ ਪਾਪੜ ਦੇ ਵਿੱਚ ਤੇ ਗੋਲਡ ਕੋਇਨਸ ਵੀ ਦਿੰਦੇ ਆ ਜਿਹੜੀਆਂ ਵੂਮਨ ਹੁੰਦੀਆਂ ਉਹਨਾਂ ਨੂੰ। ਦੈਨ ਉਸ ਤੋਂ ਬਾਅਦ ਹੈਗਾ ਅੰਡਰ ਸਟੇਟ ਕੰਟਰੋਲ, ਜਿਵੇਂ ਕਿ ਆਪਾਂ ਕਿਹਾ ਹੀ ਆ ਵੀ ਇਹ ਐਂਟਰੀ 32 ਦੇ ਅੰਡਰ ਆਉਂਦਾ ਆ, ਠੀਕ ਹੈ। ਸਾਰਾ ਕੰਟਰੋਲ ਇਹਦਾ ਸਟੇਟਸ ਦੇ ਕੋਲ ਹੁੰਦਾ ਆ, ਸਟੇਟ ਸਬਜੈਕਟ ਹੈ ਕੋਆਪਰੇਟਿਵ ਸੁਸਾਇਟੀਜ਼, ਔਰ ਇਹਦੇ ਵਿੱਚ ਜੋ ਵੀ ਫਾਈਨੈਂਸ਼ੀਅਲ ਅਕਾਊਂਟਸ ਵਗੈਰਾ ਮੇਨਟੇਨ ਕਰਨਾ, ਉਹਨਾਂ ਦੀ ਆਡਿਟਿੰਗ ਜਿਹੜੀ ਹੈ ਇੰਡੀਪੈਂਡੈਂਟ ਆਡੀਟਰ ਕਰਦਾ ਬਾਹਰੋਂ, ਸੋ ਉਹ ਸਾਰਾ ਕੰਮ ਜਿਹੜਾ ਆ ਸਟੇਟ ਦਾ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਟਾਈਪਸ ਦੀ। ਸਭ ਤੋਂ ਪਹਿਲਾਂ ਹੈਗਾ ਕੰਜ਼ਿਊਮਰ ਕੋਆਪਰੇਟਿਵ ਸੁਸਾਇਟੀ। ਕੰਜ਼ਿਊਮਰ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਉਹ ਮੈਂਬਰਸ ਜਿਹੜੇ ਉਹ ਇੰਡੀਵਿਜੂਅਲਸ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਬਲਕ ਦੇ ਵਿੱਚ ਸਮਾਨ ਖਰੀਦਣਾ ਹੈ ਬਟ ਸਸਤਾ ਖਰੀਦਣਾ ਹੈ, ਸੋ ਉਹ ਇਹ ਸੁਸਾਇਟੀਜ਼ ਨੂੰ ਜੁਆਇਨ ਕਰਦੇ ਆ। ਇਹਦੇ ਵਿੱਚ ਕੋਈ ਵੀ ਮਿਡਲਮੈਨ ਜਿਹੜਾ ਉਹ ਇਨਵੋਲਵ ਨਹੀਂ ਹੁੰਦਾ, ਠੀਕ ਹੈ, ਨੋ ਮਿਡਲਮੈਨ ਇਜ਼ ਦੇਅਰ। ਤੇ ਡਾਇਰੈਕਟਲੀ ਇਹ ਪ੍ਰੋਡਿਊਸਰਸ ਦੇ ਨਾਲ ਇਹ ਸੁਸਾਇਟੀ ਜਿਹੜੀ ਹੈ ਕੰਟੈਕਟ ਕਰਦੀ ਹੈ ਤੇ ਕੰਜ਼ਿਊਮਰਸ ਬਲਕ ਦੇ ਵਿੱਚ ਜਿਹੜਾ ਸਮਾਨ ਹੈ ਪ੍ਰੋਡਿਊਸਰ ਕੋਲ ਡਾਇਰੈਕਟਲੀ ਖਰੀਦਦੇ ਨੇ। ਤੇ ਡਾਇਰੈਕਟਲੀ ਖਰੀਦਣ ਦਾ ਬੈਨੀਫਿਟ ਇਹ ਵੀ ਹੋ ਜਾਂਦਾ ਕਿ ਉਹਨਾਂ ਨੂੰ ਐਡੀਸ਼ਨਲ ਡਿਸਕਾਊਂਟ ਵੀ ਮਿਲ ਜਾਂਦਾ ਹੈ, ਠੀਕ ਹੈ। ਜਿਵੇਂ ਆਪਣਾ ਬਾਜ਼ਾਰ ਜਿਹੜਾ ਹੈ ਕੰਜ਼ਿਊਮਰ ਕ੍ਰੈਡਿਟ ਸੁਸਾਇਟੀ ਹੈ, ਆਪਣਾ ਬਾਜ਼ਾਰ, ਰਾਈਟ। ਸਿਮਿਲਰਲੀ ਪ੍ਰੋਡਿਊਸਰ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ। ਪ੍ਰੋਡਿਊਸਰ ਕੋਆਪਰੇਟਿਵ ਸੁਸਾਇਟੀਜ਼ ਜਿਹੜੀਆਂ ਇਹਦੇ ਵਿੱਚ ਫਾਰਮਰਸ ਵੀ ਹੋ ਸਕਦੇ ਆ, ਜਿਵੇਂ ਡੇਅਰੀ ਮਿਲਕਮੈਨ ਵਗੈਰਾ ਉਹ ਵੀ ਹੋ ਸਕਦੇ ਨੇ, ਠੀਕ ਹੈ। ਫਿਸ਼ਰਮੈਨ ਜਿਹੜੇ ਹੁੰਦੇ ਆ ਉਹ ਵੀ ਹੋ ਸਕਦੇ ਨੇ। ਸੋ ਬੇਸਿਕਲੀ ਇਹਦੇ ਵਿੱਚ ਜਿਹੜੇ ਸਮਾਲ ਫਾਰਮਰਸ ਜਾਂ ਸਮਾਲ ਆਰਟੀਸਨਸ ਨੇ ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਜਾਂ ਉਹਨਾਂ ਦੀ ਫਾਈਨੈਂਸ਼ੀਅਲੀ ਹੈਲਪ ਕਰਨ ਵਾਸਤੇ, ਉਹਨਾਂ ਦੀ ਗਰੋਥ ਵਾਸਤੇ ਸੁਸਾਇਟੀਜ਼ ਬਣਾਈਆਂ ਜਾਂਦੀਆਂ ਨੇ ਪ੍ਰੋਡਿਊਸਰ ਕੋਆਪਰੇਟਿਵ ਸੁਸਾਇਟੀਜ਼। ਔਰ ਇਹਦੀ ਬੈਸਟ ਐਗਜ਼ਾਮਪਲ ਅਮੂਲ ਤੇ ਲਿਜਤ ਪਾਪੜ ਹੈ, ਠੀਕ ਹੈ। ਇਹਦੇ ਵਿੱਚ ਜਿਹੜੀ ਪ੍ਰੋਡਿਊਸ ਹੈ ਉਹ ਸਾਰੇ ਜਿੰਨੇ ਵੀ ਪ੍ਰੋਡਿਊਸਰਸ ਨੇ ਉਹ ਪੂਲ ਕਰਦੇ ਨੇ ਐਂਡ ਦੈਨ ਉਸ ਤੋਂ ਬਾਅਦ ਉਹ ਡਿਸਟ੍ਰੀਬਿਊਟ ਕਰਦੇ ਨੇ, ਮੈਂਬਰਸ ਦੇ ਵਿੱਚ ਵੀ ਡਿਸਟ੍ਰੀਬਿਊਟ ਕਰਦੇ ਨੇ ਪਲੱਸ ਨਾਨ ਮੈਂਬਰਸ ਜਾਂ ਜਨਰਲ ਪਬਲਿਕ ਦੇ ਵਿੱਚ ਵੀ ਡਿਸਟ੍ਰੀਬਿਊਟ ਕਰਦੇ ਨੇ, ਰਾਈਟ। ਸੋ ਇਹਦੀ ਬੈਸਟ ਐਗਜ਼ਾਮਪਲ ਅਮੂਲ ਤੇ ਲਿਜਤ ਪਾਪੜ ਹੈ, ਠੀਕ ਹੈ। ਇਹਦੇ ਵਿੱਚ ਪ੍ਰੋਡਿਊਸਰਸ ਹੁੰਦੇ ਨੇ ਬੇਸਿਕਲੀ, ਜਿਵੇਂ ਇਹਦੇ ਵਿੱਚ ਕੰਜ਼ਿਊਮਰਸ ਹੁੰਦੇ ਨੇ, ਇਹਦੇ ਵਿੱਚ ਸਾਰੇ ਪ੍ਰੋਡਿਊਸਰਸ ਹੁੰਦੇ ਨੇ। ਦੈਨ ਉਸ ਤੋਂ ਬਾਅਦ ਹੈਗੇ ਆ ਫਾਰਮਿੰਗ ਕੋਆਪਰੇਟਿਵ ਸੁਸਾਇਟੀਜ਼। ਇਹਦੇ ਵਿੱਚ ਕੀ ਕਰਦੇ ਨੇ ਇਹ ਕਿ ਜਿੱਦਾਂ ਮਤਲਬ ਜਿਨ੍ਹਾਂ ਨੇ ਜਿਹੜੇ ਫਾਰਮਰਸ ਹੁੰਦੇ ਨੇ ਉਹ ਪੈਸਾ ਪੂਲ ਕਰਦੇ ਨੇ,
ਜਿੱਦਾਂ ਉਹਨਾਂ ਦੀ ਸ਼ੇਅਰ ਦਾ ਮਤਲਬ ਜੋ ਵੀ ਉਹਨਾਂ ਦੀ ਲੈਂਡ ਹੈ, ਜੋ ਉਹਨਾਂ ਦਾ ਸ਼ੇਅਰ ਹੁੰਦਾ ਉਸ ਲੈਂਡ ਦੇ ਵਿੱਚ, ਇਹ ਇਕੱਠੇ ਮਿਲ ਕੇ ਜਿਹੜੇ ਆ ਉਹ ਸੀਡਸ ਖਰੀਦਦੇ ਨੇ, ਫਰਟੀਲਾਈਜ਼ਰਸ ਖਰੀਦਦੇ ਨੇ, ਇਕਵਿਪਮੈਂਟਸ ਖਰੀਦਦੇ ਨੇ, ਜੋ ਵੀ ਖੇਤੀਬਾੜੀ ਦੇ ਸੰਦ ਹੁੰਦੇ ਨੇ ਉਹ ਖਰੀਦਦੇ ਨੇ, ਰਾਈਟ। ਦੈਨ ਉਸ ਤੋਂ ਬਾਅਦ ਇਕੱਠੇ ਫਾਰਮਿੰਗ ਕਰਦੇ ਆ, ਦੈਨ ਉਸ ਤੋਂ ਬਾਅਦ ਇਕੱਠੇ ਹੀ ਜਿਹੜੀ ਪ੍ਰੋਡਿਊਸ ਆ ਸੈਲ ਕਰਨਗੇ, ਤੇ ਉਸ ਤੋਂ ਬਾਅਦ ਜਿਹੜਾ ਪ੍ਰੋਫਿਟ ਆਏਗਾ ਉਹ ਇਕੁਅਲੀ ਸਾਰੇ ਫਾਰਮਰਸ ਦੇ ਵਿੱਚ ਜਿਹੜਾ ਆ ਵੰਡਿਆ ਜਾਂਦਾ ਹੈ, ਠੀਕ ਹੈ। ਅੱਜ ਕੱਲ੍ਹ ਇਹਨੂੰ ਬਹੁਤ ਪ੍ਰਮੋਟ ਕਰ ਰਹੀ ਆ ਮੋਦੀ ਸਰਕਾਰ, ਕੋਆਪਰੇਟਿਵ ਫਾਰਮਿੰਗ ਨੂੰ। ਦੈਨ ਉਸ ਤੋਂ ਬਾਅਦ ਇਹਦੇ ਵਿੱਚ ਮੇਨ ਬੈਨੀਫਿਟ ਇਹ ਹੁੰਦਾ ਕਿ ਜਿਹੜੇ ਸਮਾਲ ਫਾਰਮਰਸ ਹੁੰਦੇ ਨਾ ਉਹਨਾਂ ਨੂੰ ਇਹਦੇ ਵਿੱਚ ਕਾਫੀ ਫਾਇਦਾ ਹੁੰਦਾ ਹੈ, ਕਿਉਂਕਿ ਉਹਨਾਂ ਕੋਲ ਜ਼ਮੀਨ ਘੱਟ ਹੁੰਦੀ ਹੈ ਐਂਡ ਇਹਦੇ ਵਿੱਚ ਕੁਝ ਲੜਾਈ ਵੀ ਨਹੀਂ ਹੈ, ਉਹਨਾਂ ਦੀ ਜੋ ਸ਼ੇਅਰ ਬਣਦਾ ਉਹਦੇ ਹਿਸਾਬ ਦੇ ਨਾਲ ਹੀ ਉਹਨਾਂ ਨੂੰ ਪ੍ਰੋਫਿਟ ਮਿਲਦਾ ਹੈ, ਰਾਈਟ। ਦੈਨ ਉਸ ਤੋਂ ਬਾਅਦ ਹੈਗਾ ਕ੍ਰੈਡਿਟ ਕੋਆਪਰੇਟਿਵ ਸੁਸਾਇਟੀਜ਼। ਕ੍ਰੈਡਿਟ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਕੀ ਹੈ, ਲੋਕੀ ਪੈਸਾ ਪੂਲ ਕਰਦੇ ਨੇ ਔਰ ਜਿਹਨੂੰ ਜ਼ਰੂਰਤ ਹੁੰਦੀ ਹੈ ਉਹਨੂੰ ਉਸੇ ਪੈਸੇ ਦੇ ਵਿੱਚੋਂ ਉਸ ਮੈਂਬਰ ਨੂੰ ਜਿਹੜਾ ਆ ਲੋ ਇੰਟਰਸਟ ਰੇਟ ਦੇ ਉੱਤੇ, ਰੈਦਰ ਦੈਨ ਜਿਹੜੇ ਆਪਾਂ ਸ਼ੈਡਿਊਲ ਬੈਂਕਸ ਜਿਹੜਾ ਇੰਟਰਸਟ ਰੱਖਦੇ ਨੇ ਉਹ ਬਹੁਤ ਜ਼ਿਆਦਾ ਹੁੰਦਾ, ਉਹਦੇ ਕੰਪੈਰੀਟਿਵਲੀ ਇਹਦਾ ਵਿਆਜ ਬਹੁਤ ਘੱਟ ਹੁੰਦਾ ਕ੍ਰੈਡਿਟ ਕੋਆਪਰੇਟਿਵ ਸੁਸਾਇਟੀਜ਼ ਦਾ, ਰਾਈਟ। ਦੈਨ ਉਸ ਤੋਂ ਬਾਅਦ ਹੈਗਾ ਮਾਰਕੀਟਿੰਗ ਕੋਆਪਰੇਟਿਵ ਸੁਸਾਇਟੀਜ਼। ਮਾਰਕੀਟਿੰਗ ਕੋਆਪਰੇਟਿਵ ਸੁਸਾਇਟੀਜ਼ ਜਿਹੜੀਆਂ ਫਾਰਮਰਸ ਵਾਸਤੇ ਬਹੁਤ ਹੈਲਪਫੁਲ ਹੁੰਦੀਆਂ ਨੇ, ਬਿਕੋਜ਼ ਉਹਨਾਂ ਨੂੰ ਪ੍ਰੀ ਹਾਰਵੈਸਟਿੰਗ ਤੋਂ ਪਹਿਲਾਂ ਜਾਂ ਪ੍ਰੀ ਸੋਨ ਸੀਜ਼ਨ ਤੋਂ ਪਹਿਲਾਂ ਵੀ ਕਾਫੀ ਇਹਨਾਂ ਨੂੰ ਜਿੱਦਾਂ ਇਕਵਿਪਮੈਂਟਸ ਪ੍ਰੋਵਾਈਡ ਕਰਦੇ ਨੇ। ਦੈਨ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਪ੍ਰੋਡਿਊਸ ਹੋ ਗਈ ਫਿਰ ਉਹਨਾਂ ਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕਰਦੇ ਨੇ, ਠੀਕ ਹੈ, ਕਿ ਆਪਣੀ ਪ੍ਰੋਡਿਊਸ ਸੈਲ ਕਰਨ ਵਾਸਤੇ ਕੋਲਡ ਸਟੋਰੇਜ ਵਗੈਰਾ ਪ੍ਰੋਵਾਈਡ ਕਰਦੇ ਨੇ। ਸੋ ਇਸ ਤਰ੍ਹਾਂ ਦੀ ਅਸਿਸਟੈਂਟ ਜਿਹੜੀਆਂ ਮਾਰਕੀਟਿੰਗ ਕਮੇਟੀਜ਼ ਕੀ ਕਹਿੰਦੇ ਆ ਕੋਆਪਰੇਟਿਵ ਸੁਸਾਇਟੀਜ਼ ਜਿਹੜੀਆਂ ਪ੍ਰੋਵਾਈਡ ਕਰਦੀਆਂ ਨੇ, ਠੀਕ ਹੈ। ਔਰ ਅੱਜ ਕੱਲ੍ਹ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਫਰੂਟ, ਵੈਜੀਟੇਬਲ, ਠੀਕ ਹੈ, ਵੈਜੀਟੇਬਲ, ਕਾਟਨ ਤੇ ਸ਼ੂਗਰ ਕੇਨ, ਇਹਨਾਂ ਦੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਇਸ ਵੇਲੇ ਇੰਡੀਆ ਦੇ ਵਿੱਚ ਲਾਰਜੈਸਟ ਮਾਰਕੀਟਿੰਗ ਕੋਆਪਰੇਟਿਵ ਸੁਸਾਇਟੀਜ਼ ਨੇ, ਫਰੂਟਸ, ਵੈਜੀਟੇਬਲਸ, ਕਾਟਨ ਤੇ ਸ਼ੂਗਰ ਕੇਨ। ਦੈਨ ਲਾਸਟ ਹੈਗੀ ਹਾਊਸਿੰਗ ਕੋਆਪਰੇਟਿਵ ਸੁਸਾਇਟੀ। ਮੈਂ ਤੁਹਾਨੂੰ ਅੱਗੇ ਵੀ ਐਕਸਪਲੇਨ ਕੀਤਾ ਆ ਕਿ ਜਿਹਦੇ ਵਿੱਚ ਮਤਲਬ ਕਿ ਜਿੱਦਾਂ ਜ਼ਮੀਨਾਂ ਦੇ ਰੇਟ ਕਿਸੇ ਵੇਲੇ ਬਹੁਤ ਵੱਧ ਜਾਂਦੇ ਤੇ ਫਿਰ ਇੱਕ ਸੁਸਾਇਟੀ ਇਹ ਬਣਾ ਲੈਂਦੇ ਆ ਜਿਹਦੇ ਵਿੱਚ ਮੈਂਬਰਸ ਰਲ ਕੇ ਪੈਸਾ ਪੂਲ ਕਰਦੇ ਨੇ, ਜਗ੍ਹਾ ਖਰੀਦਦੇ ਨੇ, ਬਿਲਡਿੰਗਸ ਬਣਾਉਂਦੇ ਨੇ ਤੇ ਫਿਰ ਆਪਣੇ ਮੈਂਬਰਸ ਨੂੰ ਉਹ ਦਿੰਦੇ ਨੇ, ਰਾਈਟ, ਡਿਸਟਰੀਬਿਊਟ ਕਰਦੇ ਨੇ। ਦੈਨ ਬਸ ਇਸ ਤੋਂ ਬਾਅਦ ਆਪਾਂ ਜਿਹੜਾ ਕੋਆਪਰੇਟਿਵ ਸੁਸਾਇਟੀਜ਼ ਐਕਟ ਕਰਾਂਗੇ, ਬਟ ਉਹ ਐਕਟ ਜਿਹੜਾ ਮੈਂ ਕਰਾਵਾਂਗੀ ਮੈਂ ਵੌਇਸ ਓਵਰ ਤੇ ਕਰਾਵਾਂਗੀ ਬਿਕੋਜ਼ ਬਹੁਤ ਲੈਂਥੀ ਹੈ, ਰਾਈਟ। ਸੋ ਕਾਫੀ ਵੀਡੀਓਜ਼ ਜਿਹੜੀਆਂ ਇੱਦਾਂ ਹੀ ਮਿਕਸ ਚੱਲਣਗੀਆਂ, ਕੁਝ ਬੋਰਡ ਤੇ ਕੁਝ ਵੌਇਸ ਓਵਰ। ਸੋ ਦੈਟ ਵਾਜ਼ ਆਲ ਫॉर ਟੂਡੇ। ਥੈਂਕ ਯੂ।